पंजाब विच 7 मई तो शराब के ठेके खुल रहे हैं। इसलिए वैसे साढ़े जड़े जिले के AGC ने वो डिस्ट्रिक्ट एडमिनिस्ट्रेशन के नाल इन टच है ने और वो जो भी ये बारे डिस्ट्रिक्ट एडमिनिस्ट्रेशन नाल गलबात करके जिस टाइम ये सारिया मोडेलिटीज़ जड़ियाँ ने वो सारिया फिक्स कर लिया जाएंगी। इस दौरान सोशल डिस्टेंस का ध्यान रखने की खास हदायतां जारी की गई हैं। ਜ਼ਿਲ੍ਹੇ ਦੇ ਜਿਹੜੇ ਹੈ ਉਹਦੇ ਲਈ ਅਸੀਂ ਜਿਹੜਾ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਵਾ ਉਹ ਠੇਕੇਦਾਰਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਉਹਦਾ ਉਹਨਾਂ ਨੇ ਜਿਹੜਾ ਪ੍ਰੋਪਰ ਇੱਕ ਤੇ ਸੈਨੀਟਾਈਜੇਸ਼ਨ ਦਾ ਸੋਸ਼ਲ ਡਿਸਟੈਂਸਿੰਗ ਦਾ ਤੇ ਉਹਨਾਂ ਨੂੰ ਇਹ ਵੀ ਕਿਹਾ ਗਿਆ ਕਿ ਉਹ ਸਰਕਲ ਜਿਹੜੇ ਨੇ ਉਹ ਆਪਣੇ ਅੱਗੇ ਜਿਹੜੇ ਆ ਉਹ ਡਿਸਟੈਂਸ ਤੇ ਉਹ ਬਣਾ ਕੇ ਤੇ ਉਹ ਜਿਹੜਾ ਵਾ ਉਹ ਉੱਥੇ ਪੂਰੀ ਤਰ੍ਹਾਂ ਜਿਹੜੀ ਹੈ ਆਉਂਦੇ ਆ ਕਸਟਮਰਸ ਉਹਨਾਂ ਦਾ ਪੂਰੀ ਤਰ੍ਹਾਂ ਮੋਨੀਟਰ ਕਰਨ ਹੈ ਜੀ। ਜਿਹੜਾ ਹੈਗਾ ਜ਼ਿਲ੍ਹਿਆਂ ਵੱਲੋਂ ਜਿਹੜਾ ਇਹ ਹਦਾਇਤ ਕੀਤੀ ਗਈ ਹੈ ਕਿ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਉਹ ਜਿਹੜਾ ਵਾ ਉਹ ਸੰਪਰਕ ਜਿਹੜਾ ਉਹ ਰੱਖਣ। ਸਾਲ 2019-20 ਦੇ ਲਾਇਸੈਂਸਿੰਗ ਜਿਨ੍ਹਾਂ ਨੇ ਸਾਲ 2020-21 ਲਈ ਆਪਣੇ ਲਾਇਸੈਂਸ ਰੀਨਿਊ ਕਰਵਾਏ ਅਤੇ ਜਿਹੜੇ ਗਰੁੱਪ ਨਵੇਂ ਸਿਰਿਓਂ ਸਾਲ 2020-21 ਲਈ ਅਲਾਟ ਕੀਤੇ ਗਏ ਨੇ ਉਹਨਾਂ ਨੂੰ ਹੀ 7 ਮਈ ਤੋਂ ਮਨਜ਼ੂਰੀ ਹੈ। ਇਹ ਜਿਹੜੇ ਤਾਂ ਠੇਕੇ 2021 ਲਈ ਰਿਨਿਊ ਹੋਏ ਨੇ ਸਿਰਫ ਉਹੀ ਜਿਹੜੇ ਵੇਚ ਸਕਣਗੇ ਜਾਂ ਜਿਨ੍ਹਾਂ ਨੇ ਅੱਗੇ 2021 ਲਈ ਠੇਕੇ ਜਿਹੜੇ ਆ ਲਏ ਨੇ ਉਹਨਾਂ ਨੂੰ ਹੀ ਸਿਰਫ ਰਾਈਟ ਹੋਏਗਾ ਵੇਚਣ ਦਾ। ਕੁਝ ਜਿਹੜੇ ਆ ਰਿਨਿਊ ਹੋਏ ਸੀ ਕੁਝ ਉਸ ਤੋਂ ਬਾਅਦ ਜਿਹੜਾ ਅਲਾਟਮੈਂਟ ਪ੍ਰੋਸੈਸ ਨਾਲ ਦਿੱਤੇ ਗਏ ਸੀਗੇ ਸਿਰਫ ਉਹਨਾਂ ਨੂੰ ਹੀ ਅਲਾਉ ਕਰ ਰਹੇ ਆ ਜਿਹੜਾ। ਫਿਲਹਾਲ ਲਈ ਇਹ ਹੁਕਮ 17 ਮਈ ਤੱਕ ਲਾਗੂ ਰਹਿਣਗੇ ਕਿਉਂਕਿ ਪੰਜਾਬ ਸਣੇ ਕੇਂਦਰ ਸਰਕਾਰ ਦੇ ਫੈਸਲੇ ਮੁਤਾਬਕ ਮੌਜੂਦਾ ਲਾਕਡਾਊਨ 17 ਮਈ ਤੱਕ ਹੈ। 17 ਮਈ ਤੱਕ ਜਿਹੜਾ ਫਿਲਹਾਲ 17 ਮਈ ਜਦੋਂ ਤੱਕ ਇਹ ਚੱਲ ਰਿਹਾ ਸਿਸਟਮ। ਜਦੋਂ ਹੁਣ ਕੋਰੋਨਾ ਦਾ ਖਤਰਾ ਹੈ ਅਜਿਹੇ 'ਚ ਸਰਕਾਰ ਨੇ ਸ਼ਰਾਬ ਵੇਚਣ ਲਈ ਕੁਝ ਨਿਯਮਾਂ ਦੀ ਪਾਲਣਾ ਵੀ ਜ਼ਰੂਰੀ ਕੀਤੀ ਹੈ। 2 ਵਿਅਕਤੀਆਂ 'ਚ ਘੱਟੋ ਘੱਟ 6 ਫੁੱਟ ਦੀ ਦੂਰੀ ਦੀ ਜ਼ਿੰਮੇਵਾਰੀ ਠੇਕੇ ਦੇ ਕਰਿੰਦੇ ਦੀ ਹੋਵੇਗੀ। ਇੱਕ ਸਮੇਂ 5 ਤੋਂ ਵੱਧ ਲੋਕਾਂ ਦੀ ਮੌਜੂਦਗੀ ਨਾ ਹੋਵੇ। ਇਸ ਤੋਂ ਇਲਾਵਾ ਸੈਨੀਟਾਈਜ਼ਰ ਦਾ ਪ੍ਰਬੰਧ ਜ਼ਰੂਰੀ ਹੈ। ਅਜਿਹੇ 'ਚ ਸਰਕਾਰ ਨੇ ਹੋਮ ਡਿਲੀਵਰੀ ਲਈ ਵੀ ਕੁਝ ਨਿਯਮ ਤੈਅ ਕੀਤੇ ਨੇ। ਦੁਪਹਿਰ 1 ਵਜੇ ਬਾਅਦ ਹੋਮ ਡਿਲੀਵਰੀ ਹੋ ਸਕਦੀ ਹੈ। ਇੱਕ ਗਰੁੱਪ 'ਚ ਸਿਰਫ 2 ਵਿਅਕਤੀ ਹੋਣਗੇ। ਹੋਮ ਡਿਲੀਵਰੀ ਲਈ ਪ੍ਰਸ਼ਾਸਨ ਪਾਸ ਦੇਵੇਗਾ। ਇੱਕ ਆਰਡਰ ਤੇ 2 ਲੀਟਰ ਤੱਕ ਸਪਲਾਈ ਹੋਵੇਗੀ। ਹਾਲਾਂਕਿ ਪੰਜਾਬ ਆਬਕਾਰੀ ਐਕਟ 1914 ਤੇ ਆਬਕਾਰੀ ਰੂਲ ਆਰਡਰਾਂ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦਾ ਕੋਈ ਪ੍ਰਾਵਧਾਨ ਨਹੀਂ, ਪਰ ਸਰਕਾਰ ਦਾ ਇਹ ਫੈਸਲਾ ਕੋਰੋਨਾ ਖਤਰੇ 'ਚ ਅਹਿਮ ਹੈ ਕਿਉਂਕਿ ਪਹਿਲਾਂ ਹੀ ਮਾੜੇ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੀਆਂ ਮੁਸੀਬਤਾਂ ਹੋਰ ਵੱਧ ਸਕਦੀਆਂ ਨੇ ਕਿਉਂਕਿ ਕੋਰੋਨਾ ਸੰਕਟ 'ਚ ਸੂਬੇ ਦੀ ਆਰਥਿਕ ਹਾਲਤ ਹੁਣ ਹੋਰ ਪਤਲੀ ਹੋਵੇਗੀ। ਕੋਰੋਨਾ ਕਾਰਨ ਪੰਜਾਬ 22,000 ਕਰੋੜ ਦਾ ਘਾਟਾ ਵੇਖ ਰਿਹਾ ਹੈ। ਸਰਕਾਰ ਨੂੰ 88,000 ਕਰੋੜ ਰੈਵਨਿਊ ਆਉਣ ਦੀ ਉਮੀਦ ਸੀ। ਫਿਲਹਾਲ ਲਈ ਸਰਕਾਰ 66,000 ਕਰੋੜ ਹੀ ਆਉਣ ਦੀ ਆਸ ਹੈ। ਪੰਜਾਬ ਦੀ ਆਰਥਿਕ ਹਾਲਤ ਪਹਿਲਾਂ ਹੀ ਕੁਝ ਜ਼ਿਆਦਾ ਚੰਗੀ ਨਹੀਂ। ਫਰਵਰੀ 'ਚ ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰਦਿਆਂ ਮਨਪ੍ਰੀਤ ਬਾਦਲ ਨੇ ਦੱਸਿਆ ਸੀ ਕਿ ਸੂਬੇ 'ਚ 2,48,230 ਕਰੋੜ ਦਾ ਕਰਜ਼ਾ ਹੈ। ਔਰ ਉਹ ਹੈ ਜੀ ਸਾਡੀ ਜਿਹੜੀ ਡੈਟ ਪੋਜੀਸ਼ਨ ਹੈ, ਕਰਜ਼ੇ ਦੀ ਜਿਹੜੀ ਪੋਜੀਸ਼ਨ ਹੈ ਇਸ ਵੇਲੇ ਸਪੀਕਰ ਸਾਹਿਬ ਟੋਟਲ ਕਰਜ਼ਾ ਜਿਹੜਾ ਪੰਜਾਬ ਦਾ ਹੈ ਇਸ ਬਜਟ ਦੇ ਨਾਲ ਆਉਣ ਨਾਲ ਕਿਉਂਕਿ ਬੋਰੋਇੰਗ ਲਿਮਿਟ ਵੀ ਹੁੰਦੀ ਹੈ ਇਹਦੇ ਨਾਲ ਉਹ 2,48,230 ਕਰੋੜ ਹੈ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਮੁਤਾਬਕ ਸਰਕਾਰ 31,000 ਕਰੋੜ ਦੀ CCL ਗੈਪ ਉੱਤੇ 10,500 ਕਰੋੜ ਮੂਲ ਵੀ ਭਰ ਚੁੱਕੀ ਹੈ। ਔਰ ਸਪੀਕਰ ਸਾਹਿਬ 31,000 ਕਰੋੜ ਜਿਹੜਾ ਸੀ ਇਹ 3 ਸਾਲ ਜਦੋਂ 31 ਮਾਰਚ ਨੂੰ ਅਸੀਂ 10,000 ਕਰੋੜ 10,500 ਕਰੋੜ ਉਹਦਾ ਵਿਆਜ ਤੇ ਮੂਲ ਭਰ ਚੁੱਕੇ ਹਾਂ। ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ ਸਰਕਾਰ 10,500 ਕਰੋੜ ਉਹਦਾ ਮੂਲ ਭਰ ਚੁੱਕੇ ਹੈ। ਹੁਣ ਕੋਰੋਨਾ ਸੰਕਟ 'ਚ ਪੰਜਾਬ ਦੀ ਆਰਥਿਕ ਸਥਿਤੀ ਹੋਰ ਵਿਗੜ ਸਕਦੀ ਹੈ। ਪੰਜਾਬ ਨੂੰ ਹਰ ਵਰੇ ਅੰਦਾਜ਼ਨ 6,000 ਕਰੋੜ ਤੋਂ ਵੱਧ ਦੀ ਕਮਾਈ ਸ਼ਰਾਬ ਤੋਂ ਹੁੰਦੀ ਹੈ। ਸਾਲ 2020-21 ਲਈ ਸ਼ਰਾਬ ਤੋਂ ਕਮਾਈ ਦਾ ਟੀਚਾ 6200 ਕਰੋੜ ਸਾਲਾਨਾ ਸੀ। ਅੰਦਾਜ਼ੇ ਮੁਤਾਬਕ ਇਹ ਅੰਕੜਾ ਸਰਕਾਰੀ ਕਮਾਈ ਦਾ 16% ਬਣਦਾ ਹੈ।
साल 2015-16 दौरान 4796.45 करोड़ रुपए आमदन हुई। साल 2014-15 नालों 2015-16 की आमदन 12.96% वध सी। 2016-17 दौरान शराब तो आमदन 4406.01 करोड़ रुपए से। साल 2017-18 दौरान 5135.68 करोड़ रुपए आमदन हुई। साल 2018-19 दौरान शराब तो 5072.4 करोड़ रुपए की कमाई हुई। शराब तो सरकार ਨੂੰ ਚੰਗੀ ਕਮਾਈ ਹੁੰਦੀ ਹੈ। ਇਸ ਵੇਲੇ ਜਦੋਂ ਕੋਰੋਨਾ ਕਰਕੇ ਸਰਕਾਰੀ ਖਜ਼ਾਨੇ ਨੂੰ ਢਾਹ ਲੱਗ ਰਹੀ ਹੈ, ਅਜਿਹੇ 'ਚ ਵੱਧ ਸਹਾਰਾ ਸਰਕਾਰ ਨੂੰ ਸ਼ਰਾਬ ਤੋਂ ਕਮਾਈ ਦਾ ਹੈ। ਕੋਰੋਨਾ ਕਰਕੇ ਪੰਜਾਬ ਨੂੰ ਹੋਣ ਵਾਲੇ ਘਾਟੇ ਤੇ ਨਜ਼ਰ ਮਾਰੀਏ ਤਾਂ ਅਪ੍ਰੈਲ ਮਹੀਨੇ 'ਚ ਪੰਜਾਬ ਦੇ ਰੈਵਨਿਊ ਨੂੰ 88% ਘਾਟਾ ਹੋਇਆ। सूबे च फिलहाल सिर्फ 1.5% कारोबार चल रही है। अप्रैल 3360 करोड़ रेवेन्यू का टीचा मिथया सी, सिर्फ 396 करोड़ रुपए की ही कमाई हुई है। आंकड़े दस रहे ने कि ठेके खोले बिना सरकार का गुजारा औखा सी। पंजाब च ठेके खोलना सूबे की आर्थिक सेहत लई कितना जरूरी है, इसका अंदाजा इस गल तो हो जाता है कि मुख मंत्री कैप्टन अमरिंदर सिंह ने खुद गृह मंत्रालय तो कुछ दिन पहला ठेके खोलने की मंजूरी मंगी सी। हालांकि उस समय गृह मंत्रालय ने कोरोना के खतरे नूं वेखदिआं पंजाब सरकार नूं मंजूरी देण तो मना कर दिता सी, पर हुण अखीर केंद्र सरकार ने राज्यां दी वित्तीय हालत नूं समझदिआं अते शराब तो होण वाली कमाई नूं वेखदिआं ठेके खोलण दी आग्या दे दित्ती है, जिस तहत हुण पंजाब 7 मई तो शराब के ठेके खुल जाणगे। पंजाब के गुआढ़ी सूबे हरियाणा विच शराब के ठेके खुल गए ने। हरियाणा च सवेरे 7 बजे तो शाम के 7 बजे तक शराब वेचण की मंजूरी है। सरकार ने शराब ते 2 रुपए तो 50 रुपए तक कोविड सैस लाया है, यानी कि हरियाणा च शराब महंगी मिलेगी। पेट्रोल की प्रॉब्लम तो सभी में रहती है। जो रूटीन में ले रहा था, काफ़ी टाइम से ले रहा था, वो ठेके बंद थे, उसको 2 नंबर में कहीं से ना कहीं अरेंजमेंट करना पड़ता था। और ये तो है नहीं कि ठेके बंद थे और शहर में दारू नहीं बिकी। 2 नंबर में दारू काफ़ी बिकी है जी। राहत तो मिलेगी जी कुछ तो, जैसे कि लॉकडाउन में थोड़ी ढील दी है, ठेके खोले इन्होंने, लोगों को काफ़ी राहत तो मिलेगी। बिल्कुल सोशल डिस्टेंसिंग तो बहुत ज़रूरी है जी। तो यही कोरोना से बचाव है जी, और कोई अनाज या कोई दारू या शराब इससे कोई फर्क नहीं पड़ेगा, लेकिन जो दूरी बना के रखनी है ये सबसे मेन जरूरी है। जो एक कोरोना का एक खौफ है, लेकिन इसमें भीड़ तो बढ़ेगी जी। बाकी जो रेट अनाज शराब इन्होंने गवर्नमेंट ने कर दी हैं, इसके ऊपर कोई कंट्रोल तो है नहीं। सिरसा विच इक्का दुक्का ठेके खुले मिले। प्रशासन जरूरी बना रहा है कि कोरोना खतरे च सोशल डिस्टेंस का ध्यान रखा जाए, जिस दे लई ठेकिਆਂ ਦੇ बाहर मार्किंग की गई है। ड्यूटी मजिस्ट्रेट सिविल लाइन थाना जितना इसके अंदर एरिया आएगा, बड़ा बाईपास लेके हिसार से डबाड़ी रोड तक, और बीच में जो शहर के ये सेंटर में से निकल रही है, इसके बीच वाला एरिया है। तो अभी तो हम घूमे 2-3 जगह, लेकिन एक यही हुआ है ओपन। बाकी जगह अभी संभावना लग नहीं रही भी कोई जल्दी खोलेंगे। उनके पास हो सकता है कोई मटेरियल ना हो या उनकी कोई व्यवस्था ना हो। जैसे हमने यहाँ ये आदेश दिए, अभी सोशल डिस्टेंसिंग का बढ़ा के रखेंगे और खड़े मौके पर ध्यान देंगे। जैसे ही कोई सामने चीज़ आएगी कंट्रोल करेंगे, गाइड करेंगे। और किस तरह के निर्देश दिए गए, जैसे मास्क लगा के आए या? हाँ, मास्क लगा के आएंगे सभी। मास्क के बिना तो चालान करना चाहिए, बल्कि पुलिस ने। मास्क तो मस्ट है, सोशल डिस्टेंसिंग मस्ट है ये, क्योंकि सोशल डिस्टेंसिंग जरूरी है, इसके बिना तो कुछ भी अलाउड नहीं है। हरियाणा विच ठेके खोलण के हुक्मां बाद सूबे च फिलहाल पड़ावर ठेके खुल रहे हैं। अजिहा नहीं कि सूबे च सारे ठेके एक वार च खुल गए होण। हरियाणा विच ठेकिਆਂ ते फिलहाल भीड़ भी नजर नहीं आ रही।
ਸ਼ਰਾਬੀਆਂ ਦੇ ਲੜਖੜਾਉਂਦੇ ਪੈਰ ਦੇਸ਼ ਦੀ ਇਕਨੋਮੀ ਨੂੰ ਸਹਾਰਾ ਦੇਣਗੇ। ਲਾਕਡਾਊਨ ਦੌਰਾਨ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਦੋਂ ਹੁਣ ਕੋਰੋਨਾ ਕਾਰਨ ਦੇਸ਼ ਦੀ ਸਿਹਤ ਦੇ ਨਾਲ-ਨਾਲ ਅਰਥ ਵਿਵਸਥਾ ਵੀ ਬਿਮਾਰ ਹੋ ਰਹੀ ਹੈ, ਅਜਿਹੇ 'ਚ ਸਰਕਾਰ ਨੂੰ ਸ਼ਰਾਬ ਦੀ ਕਮਾਈ ਦਾ ਸਹਾਰਾ ਹੈ। ਕੋਰੋਨਾ ਸੰਕਟ ਵਿੱਚ ਸਰਕਾਰ ਕੁਝ ਨਿਯਮਾਂ ਤਹਿਤ ਪਿਛਲੇ ਦਿਨੀ ਠੇਕੇ ਖੋਲ੍ਹਣ ਦੀ ਮਨਜ਼ੂਰੀ ਦੇ ਚੁੱਕੀ ਹੈ। ਦੋ ਵਿਅਕਤੀਆਂ 'ਚ ਘੱਟੋ-ਘੱਟ 6 ਫੁੱਟ ਦੀ ਦੂਰੀ ਹੋਵੇ। ਦੂਰੀ ਦੀ ਜ਼ਿੰਮੇਵਾਰੀ ਠੇਕੇ ਦੇ ਕਰਿੰਦੇ ਦੀ ਹੋਵੇਗੀ। ਇੱਕ ਸਮੇਂ 5 ਤੋਂ ਵੱਧ ਲੋਕਾਂ ਦੀ ਮੌਜੂਦਗੀ ਨਾ ਹੋਵੇ। ਪਰ ਸ਼ਰਾਬ ਲੈਣ ਲਈ ਲੱਗੀ ਇਸ ਭੀੜ 'ਚ ਇਹ ਨਿਯਮ ਕਿਧਰੇ ਗਵਾਚ ਗਏ। ਅਜਿਹੇ 'ਚ ਜਦੋਂ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਨੇ, ਦੇਸ਼ ਵਿੱਚ ਕੋਰੋਨਾ ਰੋਕਣ ਲਈ ਮਹਾਮਾਰੀ ਐਕਟ 1897 ਲਾਗੂ ਹੈ। ਇਸ ਐਕਟ ਤਹਿਤ ਸਰਕਾਰੀ ਆਦੇਸ਼ ਤੋੜਨ ਤੇ 1 ਮਹੀਨੇ ਦੀ ਜੇਲ੍ਹ ਜਾਂ 200 ਰੁਪਏ ਜੁਰਮਾਨਾ ਜਾਂ ਦੋਵੇਂ। ਆਦੇਸ਼ ਦੇ ਉਲੰਘਣ ਨਾਲ ਜੇਕਰ ਮਾਨਵ ਜੀਵਨ, ਸਿਹਤ ਜਾਂ ਸੁਰੱਖਿਆ ਨੂੰ ਖਤਰਾ ਹੋਇਆ, 6 ਮਹੀਨੇ ਦੀ ਜੇਲ੍ਹ, 1000 ਰੁਪਏ ਜੁਰਮਾਨਾ ਜਾਂ ਦੋਵੇਂ ਹੀ। ਹਾਲਾਂਕਿ ਕੁਝ ਦਿਨ ਬੀਤਣ ਬਾਅਦ ਠੇਕਿਆਂ ਦੀ ਭੀੜ ਖਤਮ ਹੋਈ ਹੈ ਅਤੇ ਸਥਿਤੀ ਆਮ ਹੋ ਰਹੀ ਹੈ। WHO ਮੁਤਾਬਕ ਭਾਰਤ 'ਚ ਸ਼ਰਾਬ ਪੀਣ ਵਾਲੇ ਅਤੇ ਸ਼ਰਾਬ ਪੀਣ ਦੀ ਸਮਰੱਥਾ ਦੋਵਾਂ 'ਚ ਹੀ ਵਾਧਾ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਸਟੱਡੀ ਦੱਸਦੀ ਹੈ ਸਾਲ 2005 'ਚ ਭਾਰਤ 'ਚ ਸ਼ਰਾਬ ਦੀ ਪ੍ਰਤੀ ਵਿਅਕਤੀ ਖਪਤ 2.4 ਲੀਟਰ ਸੀ। 2010 ਵਿੱਚ ਇਹ ਖਪਤ ਵੱਧ ਕੇ 4.3 ਲੀਟਰ ਹੋ ਗਈ, ਜਦੋਂ ਕਿ 2016 'ਚ ਇਹ ਖਪਤ 5.7 ਲੀਟਰ ਤੱਕ ਪਹੁੰਚੀ। ਅੰਕੜੇ ਦੱਸ ਰਹੇ ਨੇ ਕਿ ਸ਼ਰਾਬ ਦੀ ਭਾਰੀ ਖਪਤ ਹੈ। ਇਸ ਭਾਰੀ ਖਪਤ 'ਚ ਸ਼ਰਾਬ ਦਾ ਨਸ਼ਾ ਜਾਨਾਂ ਤੇ ਵੀ ਭਾਰੀ ਪੈ ਰਿਹਾ ਹੈ। WHO ਗਲੋਬਲ ਸਟੇਟਸ ਰਿਪੋਰਟ 2018 ਦੱਸਦੀ ਹੈ ਸ਼ਰਾਬ ਨਾਲ ਹਰ ਸਾਲ 2,60,000 ਮੌਤਾਂ ਹੁੰਦੀਆਂ ਨੇ। ਸ਼ਰਾਬ ਨਾਲ ਰੋਜ਼ ਭਾਰਤ 'ਚ 712 ਲੋਕਾਂ ਦੀ ਮੌਤ ਹੁੰਦੀ ਹੈ। ਇਸ ਤੋਂ ਇਲਾਵਾ ਸ਼ਰਾਬ ਕਾਰਨ ਹੋਣ ਵਾਲੇ ਸੜਕ ਹਾਦਸਿਆਂ 'ਚ ਵੱਡੀ ਗਿਣਤੀ 'ਚ ਵੀ ਮੌਤਾਂ ਹੁੰਦੀਆਂ ਨੇ। ਸਾਲ 2018 'ਚ ਸੜਕ ਹਾਦਸੇ 'ਚ 12,018 ਮੌਤਾਂ ਸ਼ਰਾਬ ਕਾਰਨ ਹੋਈਆਂ। 25% ਤੋਂ 50% ਘਰੇਲੂ ਹਿੰਸਾ ਦੇ ਸਮੇਂ ਹਿੰਸਾ ਕਰਨ ਵਾਲਾ ਸ਼ਰਾਬ ਪੀਂਦਾ ਮਿਲਿਆ। ਯਾਨੀ ਕਿ ਜਿਸ ਸਮੇਂ ਹਿੰਸਾ ਹੋਈ ਉਸ ਸਮੇਂ ਹਿੰਸਾ ਕਰਨ ਵਾਲੇ ਨੇ ਸ਼ਰਾਬ ਪੀਤੀ ਹੋਈ ਸੀ। NCRB 2018 ਦੇ ਅੰਕੜਿਆਂ ਮੁਤਾਬਕ 7,193 ਖੁਦਕੁਸ਼ੀ ਦੀਆਂ ਘਟਨਾਵਾਂ ਸ਼ਰਾਬ, ਡਰੱਗ ਦੇ ਨਸ਼ੇ 'ਚ ਹੋਈਆਂ। ਇਸ ਸਭ ਦੇ ਬਾਵਜੂਦ ਸ਼ਰਾਬ ਵੇਚਣਾ ਸਰਕਾਰਾਂ ਦੀ ਮਜਬੂਰੀ ਹੈ, ਕਿਉਂਕਿ ਰਾਜਾਂ ਦੇ ਰੈਵਨਿਊ ਦਾ 20% ਤੋਂ 30% ਸਿੱਧਾ ਸ਼ਰਾਬ ਤੇ ਐਕਸਾਈਜ਼ ਡਿਊਟੀ ਤੋਂ ਆਉਂਦਾ ਹੈ। ਪਿਛਲੇ 40 ਦਿਨ 'ਚ ਸ਼ਰਾਬ ਨਾ ਵੇਚਣ ਤੋਂ ਰਾਜਾਂ ਨੂੰ 28,000 ਕਰੋੜ ਦਾ ਨੁਕਸਾਨ ਹੋਇਆ। ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ ਨਾਲ ਸਰਕਾਰਾਂ ਨੂੰ ਇੱਕ ਫਾਇਦਾ ਇਹ ਵੀ ਹੁੰਦਾ ਹੈ, ਰਾਜ ਖੁਦ ਤੈਅ ਕਰਦੇ ਨੇ ਕਿ ਸ਼ਰਾਬ ਤੇ ਐਕਸਾਈਜ਼ ਡਿਊਟੀ ਕਿੰਨੀ ਵਧਾਉਣੀ ਹੈ ਅਤੇ ਕਿੰਨੀ ਲੈਣੀ ਹੈ, ਕਿਉਂਕਿ ਅਲਕੋਹਲ GST ਦਾ ਹਿੱਸਾ ਨਹੀਂ। ਅਜਿਹੇ 'ਚ ਲਾਕਡਾਊਨ ਦੌਰਾਨ ਸਰਕਾਰੀ ਕੰਮਕਾਰ ਚੱਲ ਸਕੇ, ਬਜਟ ਦੀ ਕਮੀ ਨਾ ਹੋਵੇ, ਖਜ਼ਾਨਾ ਖਾਲੀ ਹੈ ਤਾਂ ਕੰਮ ਰੁਕੇ ਨਾ, ਇਸ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਰੈਵਨਿਊ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇੱਕ ਸੱਚ ਇਹ ਵੀ ਹੈ, ਗੁਜਰਾਤ, ਬਿਹਾਰ 'ਚ ਤਾਂ ਲੰਬੇ ਸਮੇਂ ਤੋਂ ਪੂਰਨ ਸ਼ਰਾਬਬੰਦੀ ਚੱਲ ਰਹੀ ਹੈ। ਗੁਜਰਾਤ, ਬਿਹਾਰ ਸ਼ਰਾਬ ਦੀ ਕਮਾਈ ਤੇ ਨਿਰਭਰ ਬਿਨਾਂ ਜ਼ਿੰਮੇਵਾਰੀ ਚੁੱਕ ਰਹੇ ਨੇ। ਤਾਂ ਫਿਲਹਾਲ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਜੇਕਰ ਸ਼ਰਾਬ ਦੇ ਠੇਕੇ ਖੁਲਵਾਏ ਨੇ ਤਾਂ ਵਾਇਰਸ ਫੈਲਣ ਦੇ ਖਤਰੇ ਨੂੰ ਰੋਕਿਆ ਜਾਵੇ। ਜਿਹੜੇ ਨਿਯਮ ਤੈਅ ਹੋਏ ਨੇ ਉਹਨਾਂ ਤਹਿਤ ਹੀ ਸ਼ਰਾਬ ਦੇ ਠੇਕੇ ਖੁੱਲ੍ਹਣ। ਰਾਜ ਖੁਦ ਤੈਅ ਕਰਦੇ ਨੇ ਕਿ ਸ਼ਰਾਬ ਤੇ ਐਕਸਾਈਜ਼ ਡਿਊਟੀ ਕਿੰਨੀ ਵਧਾਉਣੀ ਹੈ ਅਤੇ ਕਿੰਨੀ ਲੈਣੀ ਹੈ, ਕਿਉਂਕਿ ਅਲਕੋਹਲ GST ਦਾ ਹਿੱਸਾ ਨਹੀਂ। ਅਜਿਹੇ 'ਚ ਲਾਕਡਾਊਨ ਦੌਰਾਨ ਸਰਕਾਰੀ ਕੰਮਕਾਰ ਚੱਲ ਸਕੇ, ਬਜਟ ਦੀ ਕਮੀ ਨਾ ਹੋਵੇ, ਖਜ਼ਾਨਾ ਖਾਲੀ ਹੈ ਤਾਂ ਕੰਮ ਰੁਕੇ ਨਾ, ਇਸ ਲਈ ਸ਼ਰਾਬ ਦੇ ਠੇਕੇ ਖੋਲ੍ਹ ਕੇ ਰੈਵਨਿਊ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇੱਕ ਸੱਚ ਇਹ ਵੀ ਹੈ,
ਗੁਜਰਾਤ ਬਿਹਾਰ 'ਚ ਤਾਂ ਲੰਬੇ ਸਮੇਂ ਤੋਂ ਪੂਰਨ ਸ਼ਰਾਬਬੰਦੀ ਚੱਲ ਰਹੀ ਹੈ। ਗੁਜਰਾਤ ਬਿਹਾਰ ਸ਼ਰਾਬ ਦੀ ਕਮਾਈ ਤੇ ਨਿਰਭਰ ਬਿਨਾਂ ਜ਼ਿੰਮੇਵਾਰੀ ਚੁੱਕ ਰਹੇ ਨੇ। ਤਾਂ ਫਿਲਹਾਲ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਜੇਕਰ ਸ਼ਰਾਬ ਦੇ ਠੇਕੇ ਖੁਲਵਾਏ ਨੇ ਤਾਂ ਵਾਇਰਸ ਫੈਲਣ ਦੇ ਖਤਰੇ ਨੂੰ ਰੋਕਿਆ ਜਾਵੇ। ਜਿਹੜੇ ਨਿਯਮ ਤੈਅ ਹੋਏ ਨੇ ਉਹਨਾਂ ਤਹਿਤ ਹੀ ਸ਼ਰਾਬ ਦੇ ਠੇਕੇ ਖੁੱਲ੍ਹਣ। नहीं कह सकते सर, आम जनता से बर्दाश्त कर सकती है, बर्दाश्त कर रही है। आम जनता से बर्दाश्त कर सकती है और बर्दाश्त कर रही है, और की कह सकता है इस बार। सबनू पता है गलत है, सरकार नू पता है गलत है, फिर भी कर रही है। आम जनता नू भी पता है कि गलत हो रहा है, सरकार नू खुद नू भी पता है कि ये गलत हो रहा है, फिर भी जुल्म कर रहे हैं, हम सह रहे हैं। ऑप्शन कोई नहीं है। ठीक है, ਇਹ ਨਾਰਾਜ਼ਗੀ ਸਰਕਾਰ ਦੇ ਨਾਲ ਹੈ, ਪਰ ਇਸ ਨਾਰਾਜ਼ਗੀ ਦਾ ਨਤੀਜਾ ਤਾਂ ਕੁਝ ਵੀ ਨਹੀਂ। ਜਨਤਾ ਨੂੰ ਸਰਕਾਰ ਦਾ ਨਵਾਂ ਐਲਾਨ ਬਰਦਾਸ਼ਤ ਹੀ ਕਰਨਾ ਪਏਗਾ, ਕਿਉਂਕਿ ਹੋਰ ਤਾਂ ਕੋਈ ਚਾਰਾ ਨਹੀਂ ਹੈ। ਆਮਦਨ ਘਟੀ ਹੈ, ਮਹਿੰਗਾਈ ਵਧੀ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫੇ ਨੇ ਕਰੋਨਾ ਕਰਕੇ ਨੁਕਸਾਨ ਝੱਲ ਰਹੇ ਲੋਕਾਂ ਤੇ ਦੂਰੀ ਮਾਰ ਕੀਤੀ ਹੈ। ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਵੱਲੋਂ ਰੇਟਾਂ 'ਚ ਕੀਤੇ ਵਾਅਦੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ। ਪੈਟਰੋਲ ਡੀਜ਼ਲ ਤੇ ਲੱਗਣ ਵਾਲੇ ਵੈਟ ਅਤੇ ਟੈਕਸ 'ਚ ਇਜ਼ਾਫਾ ਹੋਇਆ ਹੈ। 11.80 ਤੋਂ ਲੈ ਕੇ 15.15 ਡੀਜ਼ਲ ਤੇ ਵੈਟ 'ਚ ਵਾਧਾ ਕੀਤਾ ਗਿਆ ਹੈ। ਵਾਅਦੇ ਤੋਂ ਪਹਿਲਾਂ ਡੀਜ਼ਲ 61.88 ਰੁਪਏ ਪ੍ਰਤੀ ਲੀਟਰ ਸੀ। ਡੀਜ਼ਲ ਦੀ ਕੀਮਤ ਹੁਣ 63.91 ਰੁਪਏ ਹੋ ਗਈ ਹੈ। ਡੀਜ਼ਲ ਤੇ ਪ੍ਰਤੀ ਲੀਟਰ 2 ਰੁਪਏ ਤੋਂ ਵੱਧ ਦਾ ਇਜ਼ਾਫਾ ਹੋਇਆ ਹੈ। ਪੈਟਰੋਲ ਤੇ 20.11 ਤੋਂ 23.30 ਰੁਪਏ ਵੈਟ 'ਚ ਵਾਧਾ ਕੀਤਾ ਗਿਆ ਹੈ। ਪੈਟਰੋਲ 'ਚ ਪ੍ਰਤੀ ਲੀਟਰ 2 ਰੁਪਏ ਅਤੇ ਕੁਝ ਪੈਸਿਆਂ ਦਾ ਇਜ਼ਾਫਾ ਹੋਇਆ ਹੈ। ਪੰਜਾਬ 'ਚ ਪੈਟਰੋਲ ਦਾ ਰੇਟ ਪਹਿਲਾਂ 70.21 ਰੁਪਏ ਪ੍ਰਤੀ ਲੀਟਰ ਸੀ, ਹੁਣੇ ਵੱਧ ਕੇ 72.25 ਰੁਪਏ ਹੋਇਆ ਹੈ। ਕੇਂਦਰ ਵੱਲੋਂ ਵੀ ਐਕਸਾਈਜ਼ ਡਿਊਟੀ ਵਧਾਈ ਗਈ ਹੈ। ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ ਅਤੇ ਰੋਡ ਸੈਸ ਵਧਾਇਆ ਹੈ। ਕੇਂਦਰ ਵੱਲੋਂ ਪੈਟਰੋਲ ਤੇ 8 ਰੁਪਏ ਰੋਡ ਸੈਸ ਅਤੇ 2 ਰੁਪਏ ਐਕਸਾਈਜ਼ ਡਿਊਟੀ ਵਧਾਈ ਗਈ ਹੈ। ਜਿਵੇਂ ਲਾਕਡਾਊਨ ਖੁੱਲਿਆ, ਲੋਕਾਂ ਨੂੰ ਸੜਕਾਂ ਤੇ ਵਾਹਨਾਂ ਨਾਲ ਨਿਕਲਣ ਦੀ ਇਜਾਜ਼ਤ ਮਿਲੀ ਤਾਂ ਇਧਰ ਸਰਕਾਰ ਨੇ ਸੜਕਾਂ ਤੇ ਆਉਣ ਦੀ ਕੀਮਤ ਵੀ ਵਸੂਲ ਲਈ। ਪੈਟਰੋਲ ਅਤੇ ਡੀਜ਼ਲ 'ਚ ਇਜ਼ਾਫਾ ਕਰਕੇ वगैरह सस्ता होना चाहिए। ਜੇ ਡੀਜ਼ਲ ਜਾਂ ਪੈਟਰੋਲ ਦੇ ਵਿੱਚ ਵਧੋਤਰੀ ਹੁੰਦੀ ਹੈ ਤਾਂ ਇਹਦੇ ਨਾਲ ਸਾਰੀ ਇੰਡਸਟਰੀ ਨੂੰ ਹੀ ਬਹੁਤ ਘਾਟਾ ਪਏਗਾ, ਬਹੁਤ ਹੀ ਨੁਕਸਾਨ ਹੋਏਗਾ, ਕਿਉਂਕਿ ਗਰਮੀ ਸ਼ੁਰੂ ਹੋਣ ਜਾ ਰਹੀ ਹੈ ਤੇ ਸ਼ੁਰੂ ਹੁੰਦੇ ਹੀ ਬਿਜਲੀ ਦੀ ਮਾਰ ਜ਼ਰੂਰ ਪਏਗੀ। ਜਦੋਂ ਤੱਕ ਬਿਜਲੀ ਦੇ ਲਈ ਸਾਨੂੰ ਜਨਰੇਟਰਸ ਵਗੈਰਾ ਵੀ ਔਨ ਕਰਨੇ ਪੈਣਗੇ ਜਾਂ ਹੋਰ ਵੀ ਸਾਡੀਆਂ ਕਈ ਗਤੀਵਿਧੀਆਂ ਨੇ ਜਿਹੜੀਆਂ ਕਿ ਬਿਜਲੀ ਦੇ ਉੱਤੇ ਹੀ ਡਿਪੈਂਡ ਕਰਦੀਆਂ ਨੇ। ਜੇਕਰ ਉਹਨਾਂ ਦੀ ਐਬਸੈਂਸ ਦੇ ਵਿੱਚ, ਬਿਜਲੀ ਦੀ ਐਬਸੈਂਸ ਦੇ ਵਿੱਚ ਸਾਨੂੰ ਡੀਜ਼ਲ ਯੂਜ਼ ਕਰਨਾ ਪਏਗਾ ਤਾਂ ਉਸ ਦਾ ਮਤਲਬ ਇਹ ਹੈ ਕਿ ਸਾਡੇ ਖਰਚਿਆਂ ਨੂੰ ਹੋਰ ਵਧਾਉਣ, ਖਰਚਿਆਂ ਦੇ ਨਾਲ ਵਧਣ ਦੇ ਨਾਲ ਸਾਡੀ ਜਿਹੜੀ ਕਾਸਟਿੰਗ ਹੈ ਹੋਰ ਜ਼ਿਆਦਾ ਵੱਧ ਜਾਏਗੀ ਤੇ ਉਹਦੇ ਨਾਲ ਸਿੱਧੀ ਇੰਡਸਟਰੀਅਲਿਸਟ ਦੇ ਉੱਤੇ, ਮੈਨੂਫੈਕਚਰਰ ਦੇ ਉੱਤੇ ਹੀ ਬਹੁਤ ਜ਼ਿਆਦਾ ਬੋਝ ਪਏਗਾ। ਪੈਟਰੋਲ ਰਿਫਾਈਨਰੀ ਤੋਂ ਖਰੀਦਿਆ ਜਾਂਦਾ ਹੈ, ਫਿਰ ਪੈਟਰੋਲ ਡੀਲਰ ਤੱਕ ਪਹੁੰਚਦਾ ਹੈ। ਇਸ ਤੇ ਕੇਂਦਰ ਵੱਲੋਂ ਲਾਈ ਐਕਸਾਈਜ਼ ਡਿਊਟੀ ਲੱਗਦੀ ਹੈ, ਫਿਰ ਡੀਲਰ ਵੱਲੋਂ ਆਪਣਾ ਕਮਿਸ਼ਨ ਕੱਟਿਆ ਜਾਂਦਾ ਹੈ, ਫਿਰ ਇਸ ਤੇ ਸੂਬਾ ਸਰਕਾਰ ਵੱਲੋਂ ਲਾਇਆ ਗਿਆ ਵੈਟ ਲੱਗਦਾ ਹੈ। ਸਾਰੇ ਟੈਕਸ ਅਤੇ ਵੈਟ ਲੱਗਣ ਤੋਂ ਬਾਅਦ ਪੈਟਰੋਲ ਪੰਪ ਤੋਂ ਜਨਤਾ ਤੇਲ ਖਰੀਦਦੀ ਹੈ। ਕੋਰੋਨਾ ਕਰਕੇ ਖਰਾਬ ਹੋਏ ਮਾਲੀ ਹਾਲਾਤ ਅਤੇ ਰੈਵਨਿਊ 'ਚ ਹੋਏ ਘਾਟੇ ਨੂੰ ਪੂਰਨ ਲਈ ਫਿਲਹਾਲ ਸਰਕਾਰਾਂ ਕੋਲ 2 ਸੌਖੇ ਵਸੀਲੇ ਨੇ ਅਤੇ ਉਹ ਨੇ ਸ਼ਰਾਬ ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਅਤੇ ਪੈਟਰੋਲ ਡੀਜ਼ਲ ਤੇ ਲੱਗਣ ਵਾਲਾ ਸੂਬੇ ਦੇ ਹਿੱਸੇ ਦਾ ਵੈਟ। ਇਸੇ ਲਈ ਮੁਲਕ ਦੇ ਵੱਖ-ਵੱਖ ਸੂਬਿਆਂ 'ਚ ਹੁਣ ਇੱਕ ਤੋਂ ਬਾਅਦ ਇੱਕ ਕਰਕੇ ਕੀਮਤਾਂ 'ਚ ਇਜ਼ਾਫੇ ਦਾ ਐਲਾਨ ਹੋ ਰਿਹਾ ਹੈ। ਦਿੱਲੀ, ਹਰਿਆਣਾ ਤੋਂ ਬਾਅਦ ਪੰਜਾਬ ਵੱਲੋਂ ਵਾਧੇ ਦਾ ਐਲਾਨ ਕੀਤਾ ਗਿਆ ਹੈ ਅਤੇ ਉੱਤਰ ਪ੍ਰਦੇਸ਼ ਨੇ ਵੀ ਰੇਟ ਵਧਾਏ ਨੇ।